जो कर गए वो अपने आप च मिसाल आ। जे अज ना करते ना सिर कलम करांदे शहादत देंदे ते मैं बिना किसी झिझक तो बोल रहा ਅਸੀਂ ਮੁਗਲਾਂ ਦੀਆਂ ਬੇਗਮਾਂ ਬਣ ਕੇ ਉਹਨਾਂ ਦੇ ਘਰ ਦੇ ਝੂਠੇ ਭਾਂਡੇ ਮਾਂਜਦੇ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਾਦੀ ਦੇ 32 ਸਾਲ ਬਾਅਦ ਦਸਮ ਪਾਤਸ਼ਾਹ ਨੇ ਪ੍ਰਕਾਸ਼ ਲਿਆ। ਉਸ ਵਕਤ ਉਹ ਅਸਾਮ ਦੇ ਵਿੱਚ ਬੰਗਾਲ ਦੇ ਵਿੱਚ ਪ੍ਰਚਾਰ ਕਰਨ ਗਏ ਹੋਏ ਸਨ। ਪ੍ਰਚਾਰ ਕਰਨ ਉਹਨਾਂ ਨੇ ਇਹ ਨਹੀਂ ਕੀਤਾ ਵੀ ਮੈਨੂੰ ਮੇਰਾ ਬੱਚਾ ਆਇਆ ਵੇ ਲੜਕਾ ਆਇਆ ਤੇ ਮੈਂ ਉਹਨੂੰ ਮਿਲਣ ਜਾਵਾਂ। ਜੋ ਗੁਰੂ ਨੇ ਕੰਮ ਲਾਇਆ ਸੀ ਪ੍ਰਚਾਰ ਦਾ ਪ੍ਰਚਾਰ ਕਰਦੇ ਰਹੇ। 4.5 ਪੌਣੇ 5 ਸਾਲ ਬਾਅਦ ਉਹ ਪਟਨਾ ਸਾਹਿਬ ਵਾਪਸ ਆ ਕੇ ਦਸਮ ਪਾਤਸ਼ਾਹ ਨੂੰ ਇਸ ਉਮਰ 'ਚ ਜਾ ਕੇ ਮਿਲੇ। ਕੋਈ ਇਹ ਜਿਹੀ ਸ਼ਖਸੀਅਤ ਕੋਈ ਇਹ ਜਿਹਾ ਪੈਗੰਬਰ ਮਿਲੇਗਾ ਤੁਹਾਨੂੰ? ਉਹ ਜਿਹੜੇ ਸਿੱਕੇ ਤੇ ਇਹ ਜਿਹੜੇ ਸੈਰੀਮੋਨੀਅਲ ਕੋਇਨਸ ਹੁੰਦੇ ਨੇ ਇਹਨਾਂ ਦੇ ਵਿੱਚ ਬੜਾ ਅੰਤਰ ਹੁੰਦਾ ਹੈ। ਇਹ ਸਿੱਕੇ ਕੇਵਲ ਤੇ ਕੇਵਲ ਇੱਕ ਯਾਦ ਨੂੰ ਸਮਰਪਿਤ ਹੁੰਦੇ ਨੇ ਕਿ ਉਹ ਸਿੱਕਾ ਕੋਇਨ ਸਾਡੇ ਘਰ ਦੇ ਵਿੱਚ ਪਿਆ ਤੇ ਸਾਨੂੰ ਇਹ ਯਾਦ ਰਵੇ ਕਿ ਸਿੱਖਾਂ ਦੀ ਕਿਸੇ ਸੰਸਥਾ ਨੇ ਗੁਰੂ ਸਾਹਿਬ ਦੀ ਯਾਦ ਦੇ ਵਿੱਚ 400 ਸਾਲਾ ਮਨਾਇਆ ਸੀ। ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਆਯੋਜਿਤ ਇੱਕ ਸਮਾਗਮ ਵਿੱਚ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਣਮੱਤੇ ਇਤਿਹਾਸ ਬਾਰੇ ਚਰਚਾ ਹੋਈ। ਇਸ ਦੇ ਨਾਲ ਹੀ ਗੁਰੂ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਯਾਦਗਾਰੀ ਸਿੱਕਾ ਜਾਰੀ ਕੀਤਾ ਗਿਆ। ਇਸ ਸਿੱਕੇ ਉੱਤੇ 9ਵੇਂ ਗੁਰੂ ਤੇਗ ਬਹਾਦਰ ਜੀ ਅਤੇ ਸੀਸਗੰਜ ਸਾਹਿਬ ਦੀਆਂ ਫੋਟੋਆਂ ਉਕਰੀਆਂ ਹੋਈਆਂ ਨੇ। ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਤੇ ਜਾਰੀ ਕੀਤੇ ਸਿੱਕਿਆਂ ਲਈ ਰਾਜਨੀਤਿਕ ਤੇ ਪੰਥਕ ਸ਼ਖਸੀਅਤਾਂ ਨੇ ਸਰਨਾ ਭਰਾਵਾਂ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਮੈਂ ਐਕਚੁਅਲੀ ਵਧਾਈ ਦਿੱਤੀ ਹੈ, ਦੇਣਾ ਚਾਹੁੰਦਾ ਸਰਨਾ ਭਰਾਵਾਂ ਨੂੰ ਔਰ ਦਿੱਲੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਕਿ ਉਹਨਾਂ ਨੇ ਪਹਿਲ ਕੀਤੀ ਹੈ ਕਿ ਅੱਜ ਸਿੱਕਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਕੀਤਾ ਹੈ। ਔਰ ਇਸ ਤੋਂ ਵੱਡੀ ਵੈਸੇ ਤਾਂ ਜੋ ਕੁਛ ਗੁਰੂ ਤੇਗ ਬਹਾਦਰ ਸਾਹਿਬ ਜੀ ਕਰ ਗਏ ਤੇ ਉਹ ਅੱਜ ਹਿੰਦੁਸਤਾਨ ਦੀ ਨਕਸ਼ਾ ਉਹ ਅੱਜ ਹੈ ਤਾਂ ਉਹਨਾਂ ਦੀ ਸ਼ਹਾਦਤ ਕਰਕੇ ਹੈ। ਇਸ ਕਰਕੇ ਉਹਨਾਂ ਨੂੰ ਇਹ ਪਹਿਲੇ ਫੰਕਸ਼ਨ ਹੋ ਰਿਹਾ। ਸਰਕਾਰ ਨੇ ਵੀ ਕਮੇਟੀ ਬਣਾਈ ਹੈ, ਮੈਨੂੰ ਵੀ ਮੈਂਬਰ ਰੱਖਿਆ ਤੇ ਹੋਰ ਵੀ ਕਈ ਕਮੇਟੀਆਂ ਬਣੀਆਂ ਨੇ, ਲੇਕਿਨ ਇੱਕ ਬਹੁਤ ਵੱਡੀ ਪਹਿਲ ਕੀਤੀ ਹੈ। ਉਹਨਾਂ ਨੂੰ ਵਧਾਈ ਦੇਣ ਲਈ ਆ ਜਾ ਰਿਹਾ ਹੈ। ਇਹ ਬਹੁਤ ਅੱਛਾ ਸ਼ਲਾਘਾਯੋਗ ਕਦਮ ਚੁੱਕਿਆ, ਬਹੁਤ ਵਧਾਈ ਦਾ ਕੰਮ ਕੀਤਾ ਨਾ, ਬਹੁਤ ਅੱਛਾ ਕੰਮ ਕੀਤਾ ਹੈਗਾ। 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਉਤਸਵ ਆ ਰਿਹਾ ਹੈਗਾ, ਉਹਦੀ ਯਾਦਗਾਰ 'ਚ ਸਿੱਕਾ ਕੱਢਿਆ ਗਿਆ। ਸਾਹਿਬ ਹਰਵਿੰਦਰ ਸਿੰਘ ਸਰਨਾ ਜੀ ਨਾਲ ਹੀ ਖੜੇ ਹੈਗੇ ਮੇਰੇ ਤੇ ਸਰ ਪਰਮਜੀਤ ਸਿੰਘ ਜੀ ਸਰਨਾ, ਮੈਂ ਤਾਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਹਾਂ। ਬਹੁਤ ਅੱਛਾ ਕੰਮ। ਗੁਰੂ ਤੇਗ ਬਹਾਦਰ ਸਾਹਿਬ ਲਈ ਕੀ ਕਹਿਣਾ ਹੈ ਭਾਈ ਗੁਰਮੁਖ? ਧੰਨ ਗੁਰੂ ਤੇਗ ਬਹਾਦਰ ਸਾਹਿਬ ਜੋ ਕਰ ਗਏ ਹਿੰਦੁਸਤਾਨ ਲਈ, ਜੋ ਹਿੰਦੂ ਜਗਤ ਲਈ, ਜੋ ਸਿੱਖ ਜਗਤ ਲਈ ਜੋ ਕਰ ਗਏ ਉਹ ਆਪਣੇ ਆਪ 'ਚ ਮਿਸਾਲ ਆ। ਜੇ ਅੱਜ ਨਾ ਉਹ ਕਰਦੇ ਨਾ ਉਹ ਸਿਰ ਕਲਮ ਕਰਾਂਦੇ ਸ਼ਹਾਦਤ ਦਿੰਦੇ ਤੇ ਮੈਂ ਬਿਨਾ ਕਿਸੇ ਝਿਝਕ ਤੋਂ ਬੋਲ ਰਿਹਾ ਅਸੀਂ ਮੁਗਲਾਂ ਦੀਆਂ ਬੇਗਮਾਂ ਬਣ ਕੇ ਉਹਨਾਂ ਦੇ ਘਰ ਦੇ ਝੂਠੇ ਭਾਂਡੇ ਮਾਂਜਦੇ। ਅੱਜ ਹਿੰਦੁਸਤਾਨ ਉਸ ਮੁਕਾਮ ਤੇ ਖੜਾ ਨਾ ਹੁੰਦਾ ਤੇ ਅੱਜ ਹਿੰਦੁਸਤਾਨ ਸਾਰਾ ਇਸ ਗੱਲ ਨੂੰ ਯਾਦ ਕਰ ਲੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਗੱਲਾਂ ਕਰਕੇ ਖੁਸ਼ ਨਾ ਹੋਈਏ ਤੇ ਨਾ ਕਰੀਏ, ਉਹਨਾਂ ਦੇ ਦੱਸੇ ਰਸਤੇ ਚੱਲ ਕੇ ਇਸ ਹਿੰਦੁਸਤਾਨ ਨੂੰ ਉਹਨਾਂ ਦੇ ਉਪਦੇਸ਼ ਨੂੰ ਕਮਾ ਕੇ ਖੂਬਸੂਰਤ ਬਣਾਈਏ, ਜਿੱਥੇ ਡਿਫਰੈਂਸਿਸ ਖਤਮ ਹੋ ਜਾਣ, ਸਭ ਇੱਕ ਹੋ ਜਾਏ ਤੇ ਸਾਡੇ ਅੰਦਰ ਨਫ਼ਰਤ ਦੁਆਸ਼ ਖਤਮ ਹੋ ਜਾਏ ਤੇ ਅਸੀਂ ਉਹਦੀ ਕੀਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਕੀਤੀ ਨੂੰ ਭੁਲਾਈਏ ਨਾ, ਨਹੀਂ ਤੇ ਇਤਿਹਾਸ ਲਿਖੇਗਾ ਕਿ ਅਸੀਂ ਅਕਿਰਤ ਘਣ ਸੀ। ਧਾਰਮਿਕ ਸਮਾਗਮ ਦੌਰਾਨ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਨੇ ਸੰਗਤ ਨੂੰ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਜਾਣੂ ਕਰਾਇਆ ਤੇ ਪੰਥ ਆਗੂਆਂ ਵੱਲੋਂ ਸਮੇਂ-ਸਮੇਂ ਤੇ ਜਾਰੀ ਕੀਤੇ ਸਿੱਕਿਆਂ ਦੀ ਇਤਿਹਾਸਕ ਮਹੱਤਤਾ ਦੱਸੀ। ਅੱਜ ਜਿਹੜਾ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਨੂੰ ਸਮਰਪਿਤ ਜਿਹੜਾ ਸਿੱਕਾ ਜਾਰੀ ਕੀਤਾ ਗਿਆ ਸੀ, ਉਹਦੇ ਸਬੰਧ ਦੇ ਵਿੱਚ ਇਹ ਜਿਹੜਾ ਸਮਾਗਮ ਜਿਹੜਾ ਸੀ ਉਹ ਕੀਤਾ ਗਿਆ, ਜਿਹਦੇ ਵਿੱਚ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਮੈਨੂੰ ਮਿਲਿਆ। ਸਰ, ਇਤਿਹਾਸ ਤੋਂ ਰਿਲੇਟਡ ਕੋਈ ਗੱਲ ਤੁਸੀਂ ਦੱਸ ਸਕਦੇ ਹੋ? ਕਿਉਂਕਿ ਅੱਜ ਕੋਇਨ ਜਿਸ ਤਰੀਕੇ ਨਾਲ ਰਿਲੀਜ਼ ਕੀਤਾ ਗਿਆ, ਤੁਸੀਂ ਅਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਵੀ ਗੱਲ ਕੀਤੀ ਹੈ, ਜਿਹੜੀ ਇਤਿਹਾਸ ਗੱਲ ਕੀਤੀ ਹੈ, ਉਸ ਦੇ ਨਾਲ ਕੋਇਨ ਦਾ ਰਿਲੇਟਡ ਕੁਝ ਸੰਬੰਧ ਕੁਝ ਦੱਸ ਸਕਦੇ ਹੋ ਤੁਸੀਂ ਇਸ ਮਾਮਲੇ ਵਿੱਚ? ਵੇਖੋ, ਮੈਨੂੰ ਇੰਝ ਲੱਗਦਾ ਹੈ ਕਿ ਜਸਮੀਤ ਇਹ ਸੈਰੇਮੋਨੀਅਲ ਕੋਇਨਸ ਹੁੰਦੇ ਨੇ। ਇੱਕ ਤਾਂ ਸਾਡੇ ਉਹ ਸਿੱਕੇ ਹੁੰਦੇ ਨੇ ਜਦੋਂ ਅਸੀਂ ਰੂਲਰਸ਼ਿਪ 'ਚ ਆਉਂਦੇ ਹਾਂ, ਜਿਹੜੇ ਉਦੋਂ ਜਾਰੀ ਕੀਤੇ ਜਾਂਦੇ ਨੇ। ਜਿਸ ਤਰ੍ਹਾਂ ਦਾ ਸਿੱਕਾ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਰੀ ਕੀਤਾ, ਜਿਹਦੇ ਉੱਪਰ ਲਿਖਿਆ ਸਿੱਕਾ ਜਦ ਬਰ ਹਰ ਦੋ ਆਲਮ ਤੇਗ ਨਾਨਕ ਵਾਹ ਬਸਤ।
ਉਹਦੇ ਤੋਂ ਬਾਅਦ ਇੱਕ ਸਿੱਕੇ ਦੀ ਗੱਲ ਆਉਂਦੀ ਹੈ ਜੱਸਾ ਸਿੰਘ ਆਹਲੂਵਾਲੀਆ ਜਿਹਦੀ ਜਿਹੜਾ ਉਹਨਾਂ ਨੇ ਲਾਹੌਰ 'ਚ ਜਿਹੜਾ ਸੀਗਾ ਉਹ ਜਾਰੀ ਕੀਤਾ। ਤੀਸਰੇ ਸਿੱਕੇ ਦੀ ਗੱਲ ਆਉਂਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ। ਪਰ ਰਣਜੀਤ ਸਿੰਘ ਦੇ ਸਮੇਂ ਬਹੁਤ ਸਾਰੀਆਂ ਮਿੰਟ ਸੀਗੀਆਂ, ਬਹੁਤ ਸਾਰੀਆਂ ਟਕਸਾਲਾਂ ਸੀ। ਸ਼੍ਰੀਨਗਰ ਵਾਲੀ ਟਕਸਾਲ ਸੀ, ਲਾਹੌਰ ਦੇ ਵਿੱਚ ਟਕਸਾਲ ਸੀ, ਬਹੁਤ ਤਰ੍ਹਾਂ ਦੇ ਜਿਹੜੇ ਸਿੱਕੇ ਸੀ। ਔਰ ਇੱਥੋਂ ਤੱਕ ਕਿ ਕੁਝ ਸਰਦਾਰ ਤੇ ਜਰਨੈਲ ਐਸੇ ਵੀ ਸੀ ਜਿਨ੍ਹਾਂ ਨੂੰ ਆਪਣੇ ਨਾਮ ਦੇ ਉੱਪਰ ਸਿੱਕਾ ਜਾਰੀ ਕਰਨ ਦਾ ਅਧਿਕਾਰ ਵੀ ਸੀ, ਜਿਵੇਂ ਹਰੀ ਸਿੰਘ ਨਲੂਆ। ਇਸ ਕਰਕੇ ਉਹ ਜਿਹੜੇ ਸਿੱਕੇ ਤੇ ਇਹ ਜਿਹੜੇ ਸੈਰੀਮੋਨੀਅਲ ਕੁਆਇਨਸ ਹੁੰਦੇ ਨੇ, ਇਹਨਾਂ ਦੇ ਵਿੱਚ ਬੜਾ ਅੰਤਰ ਹੁੰਦਾ ਹੈ। ਇਹ ਸਿੱਕੇ ਕੇਵਲ ਤੇ ਕੇਵਲ ਇੱਕ ਯਾਦ ਨੂੰ ਸਮਰਪਿਤ ਹੁੰਦੇ ਨੇ ਕਿ ਉਹ ਸਿੱਕਾ ਕੁਆਇਨ ਸਾਡੇ ਘਰ ਦੇ ਵਿੱਚ ਪਿਆ ਹੈ ਤੇ ਸਾਨੂੰ ਇਹ ਯਾਦ ਰਵੇ ਕਿ ਸਿੱਖਾਂ ਦੀ ਕਿਸੇ ਸੰਸਥਾ ਨੇ ਗੁਰੂ ਸਾਹਿਬ ਦੀ ਯਾਦ ਦੇ ਵਿੱਚ 400 ਸਾਲਾ ਮਨਾਇਆ ਸੀ। ਇੱਕ ਸਿੱਕੇ ਉਹ ਹੁੰਦੇ ਨੇ ਜਿਹੜੇ ਸਾਡੇ ਰਾਜ ਦੀ ਗੱਲ ਕਰਦੇ ਨੇ ਕਿ ਸਾਡੇ ਕੋਲ ਰਾਜ ਆਇਆ ਸੀ ਤੇ ਅਸੀਂ ਉਸ ਰਾਜ ਦੇ ਵਿੱਚ ਆਪਣਾ ਸਿੱਕਾ ਚਲਾਇਆ। ਸੋ ਇਹਨਾਂ ਦੋ ਗੱਲਾਂ ਨੂੰ ਸਮਝਣ ਦੀ ਲੋੜ ਆ। ਇੱਕ ਸਿੱਕਾ ਰਾਜ ਜਦੋਂ ਤੁਸੀਂ ਰਾਜ ਦੇ ਮਾਲਕ ਬਣਦੇ ਹੋ ਉਦੋਂ ਚਲਾਇਆ ਜਾਂਦਾ ਹੈ, ਤੇ ਇੱਕ ਸਿੱਕਾ ਜਿਹੜਾ ਸੈਰੀਮੋਨੀਅਲ ਕੁਆਇਨ ਹੁੰਦਾ ਹੈ ਉਹ ਉਦੋਂ ਹੁੰਦਾ ਹੈ ਜਦੋਂ ਅਸੀਂ ਆਪਣੇ ਮਾਣਮੱਤੇ ਇਤਿਹਾਸ ਨੂੰ ਯਾਦ ਕਰਨ ਦੇ ਵਾਸਤੇ ਸੰਗਤ ਦੇ ਵਿੱਚ ਲੈ ਕੇ ਆਉਂਦੇ। ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਸ਼ਹਾਦਤ ਦਿੱਤੀ ਹੈ ਉਹ ਦੁਨੀਆ ਦੇ ਕਿਸੇ ਇਤਿਹਾਸ ਦੇ ਵਿੱਚ ਸ਼ਹਾਦਤ ਨਹੀਂ ਮਿਲੇਗੀ, ਕਿਸੇ ਇਤਿਹਾਸ ਵਿੱਚ। ਇੱਕ ਮੈਂ ਨਹੀਂ ਕਹਿੰਦਾ ਵੀ ਖਾਲੀ ਸਿੱਖ ਕੌਮ ਸ਼ਹੀਦ ਹੋਏ ਨੇ, ਸ਼ਹੀਦ ਬੜੇ ਹੋਏ ਨੇ, ਪਰ 9 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਨੇ ਜਨੇਊ ਪੁਆਇੰਟ ਤੋਂ ਨਾ ਕਰ ਦਿੱਤੀ। 9 ਸਾਲ ਦੀ ਉਮਰ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਿਤਾ ਕੋਲ ਜਦ ਇਹਨਾਂ ਦੀ ਵਾਰਦਾਤ ਸੁਣੀ ਤਾਂ ਉਹਨਾਂ ਕਿਹਾ ਜੀ ਕਿਸੇ ਮਾਂ ਬਲੀ ਦੀ ਸ਼ਹਾਦਤ ਦੀ ਲੋੜ ਹੈ। ਤੇ 10ਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਜਾਓ ਤੁਸੀਂ ਸ਼ਹਾਦਤ ਦਿਓ ਤੇ ਧਰਮ ਬਚਾਓ। ਤੇ ਗੁਰੂ ਤੇਗ ਬਹਾਦਰ ਸਾਹਿਬ ਪਹਿਲਾ ਗੁਰੂ ਜਨੇਊ ਨਹੀਂ ਪਾਉਂਦਾ, ਨਾਵਾਂ ਗੁਰੂ ਸ਼ਹਾਦਤ ਦੇਣ ਦੇ ਲਈ ਜਨੇਊ ਦੀ ਰੱਖਿਆ ਲਈ ਦਿੱਲੀ ਪਹੁੰਚ ਗਿਆ। ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ ਉਹ ਪੜ੍ਹਨ ਵਾਲੀ ਹੈ, ਉਹ ਆਤਮਾ ਜਗਾਉਂਦੀ ਹੈ, ਇਨਸਾਨੀਅਤ ਜਗਾਉਂਦੀ ਹੈ, ਜਿਹਦਾ ਕੋਈ ਕੀਮਤ ਨਹੀਂ ਹੈਗੀ। ਔਰ ਗਜ਼ਬ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਰਾਜ ਦੇ ਵਿੱਚ ਉਹਨਾਂ ਦੀ ਬਾਣੀ ਹੈ, ਉਹਨਾਂ ਦੇ ਸ਼ਬਦ ਹੈਗੇ। ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਹੀ ਸਨ ਜਿਨ੍ਹਾਂ ਨੇ ਅਸਾਮ ਤੱਕ ਪ੍ਰਚਾਰ ਕੀਤਾ। ਹੋਰ ਦੱਸੋ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਾਦੀ ਦੇ 32 ਸਾਲ ਬਾਅਦ 10ਮ ਪਾਤਸ਼ਾਹ ਨੇ ਪ੍ਰਕਾਸ਼ ਲਿਆ। ਉਸ ਵਕਤ ਉਹ ਅਸਾਮ ਦੇ ਵਿੱਚ, ਬੰਗਾਲ ਦੇ ਵਿੱਚ ਪ੍ਰਚਾਰ ਕਰਨ ਗਏ ਹੋਏ ਸਨ। ਪ੍ਰਚਾਰ ਕਰਨ ਉਹਨਾਂ ਨੇ ਇਹ ਨਹੀਂ ਕੀਤਾ ਵੀ ਮੈਨੂੰ ਮੇਰਾ ਬੱਚਾ ਆਇਆ ਵੇ, ਲੜਕਾ ਆਇਆ ਤੇ ਮੈਂ ਉਹਨੂੰ ਮਿਲਣ ਜਾਵਾਂ। ਜੋ ਗੁਰੂ ਨੇ ਕੰਮ ਲਾਇਆ ਸੀ ਪ੍ਰਚਾਰ ਦਾ, ਉਹ ਪ੍ਰਚਾਰ ਕਰਦੇ ਰਹੇ। 4.5 ਪੌਣੇ 5 ਸਾਲ ਬਾਅਦ ਉਹ ਪਟਨਾ ਸਾਹਿਬ ਵਾਪਸ ਆ ਕੇ 10ਮ ਪਾਤਸ਼ਾਹ ਨੂੰ ਇਸ ਉਮਰ 'ਚ ਜਾ ਕੇ ਮਿਲੇ। ਕੋਈ ਇਹ ਜਿਹੀ ਸ਼ਖਸੀਅਤ, ਕੋਈ ਇਹ ਜਿਹਾ ਪੈਗੰਬਰ ਮਿਲੇਗਾ ਸਾਨੂੰ? ਇਸ ਵਾਸਤੇ ਉਹਨਾਂ ਦਾ 400 ਸਾਲਾ ਸਾਡੀ ਖੁਸ਼ੀ ਹੈ ਬਈ ਸਾਡੀ ਜ਼ਿੰਦਗੀ 'ਚ ਆ ਰਿਹਾ ਹੈ। ਔਰ ਅਸੀਂ ਉਹਨਾਂ ਵਾਸਤੇ ਐਸਾ ਕੰਮ ਕਰਕੇ ਜਾਈਏ ਵੀ ਜਿਹੜਾ ਇਹ ਸਿੱਕਾ ਹੈਗਾ ਇਹ ਰਹਿੰਦੀ ਜ਼ਿੰਦਗੀ ਦੁਨੀਆ ਤੱਕ ਰਹੇਗਾ, ਇਹਨੇ ਖਤਮ ਨਹੀਂ ਹੋਣਾ। ਸੋ ਅਸੀਂ ਇਹ ਪ੍ਰੋਗਰਾਮ ਬਣਾਇਆ, ਅਸੀਂ ਉਹਦੇ ਧੰਨਵਾਦੀ ਹਾਂ ਅਕਾਲ ਪੁਰਖ ਦੇ ਬਈ ਪ੍ਰੋਗਰਾਮ ਬਹੁਤ ਅੱਛਾ ਹੋ ਗਿਆ ਔਰ ਸਾਡੇ ਕੋਲ ਅੱਛੀ ਸੇਵਾ ਲਈ। ਆਯੋਜਿਤ ਸਮਾਗਮ ਵਿੱਚ ਜਿੱਥੇ ਵੱਖ-ਵੱਖ ਸ਼ਖਸੀਅਤਾਂ ਨੇ ਮਾਣਮੱਤੇ ਇਤਿਹਾਸ ਬਾਰੇ ਦੱਸਿਆ, ਉੱਥੇ ਹੀ ਸਰਨਾ ਭਰਾਵਾਂ ਨੇ ਬਾਦਲ ਪਰਿਵਾਰ ਤੇ ਤਿੱਖੇ ਨਿਸ਼ਾਨੇ ਸਾਧੇ ਤੇ ਸਿੱਖ ਸੰਸਥਾਵਾਂ ਨੂੰ ਬਚਾਉਣ ਲਈ ਸੰਗਤ ਤੋਂ ਸਹਿਯੋਗ ਦੀ ਮੰਗ ਕੀਤੀ। ਦਿੱਲੀ ਤੋਂ ਕਮਲ ਕਾਂਸਲ ਦੀ ਰਿਪੋਰਟ, ਦਰਸ਼ਨ ਟੀਵੀ।